ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਖਾਸ ਤੌਰ ਤੇ ਮੀਡੀਆ ਨੂੰ ਇਸ ਕਰਕੇ ਸੱਦਿਆ ਗਿਆ ਕਿਉਂਕਿ ਕੱਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਅਹਿਮ ਮੀਟਿੰਗ ਮੈਂਬਰ ਸਾਹਿਬਾਨ ਜਿਹੜੇ ਇਲੈਕਟਿਡ ਨੇ, ਜਿਹੜੇ ਸਾਡੇ ਰਿਪਰੈਜ਼ੈਂਟੇਟਿਵਸ ਇਲਾਕਿਆਂ ਦੇ ਵਿੱਚ ਆਪਣੀਆਂ ਇਲੈਕਸ਼ਨਾਂ ਲੜ ਕੇ ਆਏ ਸੀ ਔਰ ਉਹ ਕਿਸੇ ਤਰੀਕੇ ਨਾਲ ਰਹਿ ਗਏ, ਉਹ ਸਾਰੇ ਮੈਂਬਰ ਸਾਹਿਬਾਨ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਕਿਉਂਕਿ ਲਗਾਤਾਰ ਪਿਛਲੇ 2 ਮਹੀਨੇ ਤੋਂ ਜਦ ਤੋਂ ਇਹ ਕਮੇਟੀ ਬਣੀ ਹੈ, 1.5 ਮਹੀਨੇ ਤੋਂ ਜਿਸ ਤਰੀਕੇ ਦੇ ਨਾਲ ਬਾਜ਼ਾਰ ਦੇ ਵਿੱਚ ਅਫਵਾਹਾਂ ਦਾ ਦੌਰ ਚੱਲ ਰਿਹਾ ਸੀ ਔਰ ਲੋਕਾਂ ਦੇ ਵਿੱਚ ਸਾਡੇ ਰਿਪਰੈਜ਼ੈਂਟੇਟਿਵ ਜਦ ਸੰਗਤ ਦੇ ਵਿੱਚ ਜਾਂਦੇ ਆ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਗੱਲਾਂ ਸੀ, ਖਾਸ ਤੌਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਔਰ ਦਿੱਲੀ ਦੇ ਵਿੱਚ ਉਹਦਾ ਰਾਜਨੀਤੀਕਰਨ ਜਿਹੜਾ ਹੋ ਰਿਹਾ ਸੀ ਉਹਦੇ ਬਾਰੇ ਬਹੁਤ ਲੋਕਾਂ ਦੇ ਵਿੱਚ ਆਪਣੇ ਵਿਚਾਰ ਸੀ ਔਰ ਉਸ ਗੱਲਾਂ ਦੇ ਉੱਤੇ ਬਹੁਤ ਵੱਡਾ ਵਿਚਾਰ ਵਟਾਰਾ ਕੀਤੀ ਗਈ। ਜਿਸ ਤਰੀਕੇ ਦੇ ਨਾਲ ਜੋ ਹਾਲਾਤ ਬਣ ਰਹੇ, ਲਗਾਤਾਰ ਸਰਕਾਰਾਂ ਦੀਆਂ ਲਗਾਤਾਰ ਅਲੱਗ-ਅਲੱਗ ਪੋਲੀਟੀਕਲ ਪਾਰਟੀਆਂ ਦੀਆਂ ਜਿਹੜੀਆਂ ਇਨਵੋਲਵਮੈਂਟ ਰਹੀ ਆ, ਸਾਡੀ ਪਾਰਟੀ ਨੇ ਬਹੁਤ ਵੱਡੀ ਜਦੋਜਹਿਦ ਦੇ ਨਾਲ ਅਸੀਂ ਇਹ ਜਿੱਤ ਹਾਸਿਲ ਕੀਤੀ ਸੀ ਔਰ ਅੱਜ ਸਾਰੇ ਮੈਂਬਰ ਸਾਹਿਬਾਨ ਦੀ ਇੱਕੋ ਮੰਗ ਸੀ ਕਿ ਇਹ ਪਾਰਟੀ ਬਾਜੀ ਇਹੋ ਜਿਹੀ ਹੋਣੀ ਚਾਹੀਦੀ ਹੈ ਜਿਹੜੀ ਟੋਟਲ ਨਿਰੋਲ ਧਾਰਮਿਕ ਹੋਵੇ, ਕਿਉਂਕਿ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਨੁਮਾਇੰਦੇ ਆ ਔਰ ਸੰਗਤ ਦੇ ਵਿੱਚ ਜਿਹੜੇ ਜਦ ਟੈਗ ਲੱਗਦੇ ਨੇ ਕਿਸੇ ਪਾਰਟੀ ਨਾਲ ਜੁੜਨ ਦੇ ਤੇ ਇਹਦੇ ਕਰਕੇ ਸਾਨੂੰ ਬਹੁਤ ਨਮੋਸ਼ੀ ਹੁੰਦੀ ਹੈ। ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਤੌਰ ਪ੍ਰਧਾਨ ਬਣਨ ਤੋਂ ਬਾਅਦ ਤਕਰੀਬਨ 8 ਦਿਨਾਂ ਬਾਅਦ ਆਪਣੀ ਪ੍ਰਧਾਨਗੀ ਤੋਂ ਇਸਤੀਫਾ ਵੀ ਇਸੇ ਕਰਕੇ ਦਿੱਤਾ ਸੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਾਂ ਨੂੰ ਸੁਚਾਰੂ ਰੂਪ ਨਾਲ ਚਲਾ ਸਕੀਏ, ਵੱਡੇ ਲੈਵਲ ਦੇ ਉੱਤੇ ਸਾਰਿਆਂ ਨੂੰ ਇਨਵਾਈਟ ਕਰ ਸਕੀਏ ਕਿ ਅਸੀਂ ਇਹ ਜਿਹੜੇ ਕੰਮ ਕਰ ਰਹੇ ਹਾਂ ਔਰ ਕੱਲ੍ਹ ਮੈਨੂੰ ਲੱਗਦਾ ਕਿ ਤਕਰੀਬਨ ਸਾਰੇ ਮੈਂਬਰ ਸਾਹਿਬਾਨਾਂ ਨੇ ਇਹਦੇ ਉੱਤੇ ਮੋਹਰ ਲਾਤੀ ਕਿ ਦਿੱਲੀ ਦੇ ਵਿੱਚ ਇੱਕ ਐਸਾ ਸੰਗਠਨ, ਇੱਕ ਐਸੀ ਜਥੇਬੰਦੀ ਹੋਣੀ ਚਾਹੀਦੀ ਹੈ ਜੋ ਸਿਰਫ ਤੇ ਸਿਰਫ ਨਿਰੋਲ ਧਾਰਮਿਕ ਗੱਲਾਂ ਕਰ ਸਕੇ, ਧਾਰਮਿਕ ਕੰਮ ਕਰ ਸਕੇ, ਜਿਹਦਾ ਰਾਜਨੀਤੀ ਦੇ ਨਾਲ ਵਿੱਚ ਕੋਈ ਇੰਟਰਫੇਰੈਂਸ ਨਹੀਂ ਹੋਏ। ਸੋ ਸਮੁੱਚੀ ਟੀਮ ਨੇ ਇੱਕ ਫੈਸਲਾ ਲਿਆ ਹੈ ਕਿ ਐਸੀ ਜਥੇਬੰਦੀ ਦਾ ਗਠਨ ਕੀਤਾ ਜਾਏ ਔਰ ਇਹਨੂੰ ਅਮਲ ਜਾਮਾ ਪਹਿਲਾਉਣ ਨੂੰ ਅਸੀਂ ਇਸ ਗੱਲ ਦੇ ਉੱਤੇ ਗੱਲ ਰੱਖੀ ਹੈ ਕਿ ਦਿੱਲੀ ਦੀ ਵੱਖ-ਵੱਖ ਜਥੇਬੰਦੀਆਂ, ਵੱਖ-ਵੱਖ ਇਸਤਰੀ ਸਤਸੰਗ, ਸਿੰਘ ਸਭਾਵਾਂ, ਪੰਥ ਦਰਦੀ ਜਿਹੜੇ ਵੀ ਧੜੇ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਕੇ ਇੱਕ ਨਵੀਂ ਸ਼ੇਪ ਦਿੰਦੇ ਹੋਏ ਦਿੱਲੀ ਨੂੰ ਇੱਕ ਅਲੱਗ ਜਥੇਬੰਦੀ ਦਿੱਤੀ ਜਾਏ ਜਿਹੜੀ ਟੋਟਲ ਨਿਰੋਲ ਤੇ ਨਿਰੋਲ ਗੁਰਦੁਆਰਾ ਪ੍ਰਬੰਧ ਦੇ ਸੁਧਾਰ, ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰ ਸਕੇ। ਸੋ ਇਹ ਫੈਸਲਾ ਜਿੱਥੇ ਸਮੁੱਚੀ ਟੀਮ ਨੇ ਲਿਆ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਮੀਡੀਆ ਦੇ ਰਾਹੀਂ ਵੀ ਇਹ ਗੱਲ ਸੰਗਤਾਂ ਤੱਕ ਬੇਨਤੀ ਕਰਾਂਗੇ ਕਿਉਂਕਿ ਤੁਸੀਂ ਬੜਾ ਮਾਣ ਸਾਨੂੰ ਬਖਸ਼ਿਆ, ਬਹੁਤ ਵੱਡੀ ਸੇਵਾ ਸਾਨੂੰ 'ਤੇ ਬਿਠਾਇਆ ਔਰ ਸਾਡੀ ਸੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਦਿੱਲੀ ਦੇ ਲੋਕਾਂ ਦੀ ਰਾਖੀ ਗੱਲ ਕਰ ਸਕੀਏ, ਪੰਥ ਦੀ ਗੱਲ ਕਰ ਸਕੀਏ, ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰ ਸਕੀਏ ਔਰ ਕੋਈ ਵੀ ਪੰਥਕ ਇਸ਼ੂ ਪੂਰੇ ਦੇਸ਼ ਦੇ ਵਿੱਚ ਕਿਤੇ ਹੋਏ, ਜਿਹੜਾ ਧਾਰਮਿਕ ਇਸ਼ੂ ਹੋਏਗਾ ਉਹਦੇ ਉੱਤੇ ਇਹ ਸਮੁੱਚੀ ਜਥੇਬੰਦੀ ਪਹਿਰਾ ਦੇਗੀ। ਇਹਨੂੰ ਬਹੁਤ ਜਲਦੀ ਇਹਦਾ ਨਾਮ, ਇਹਦੀ ਸੋਚ ਔਰ ਇਹਦੀ ਰੂਪ ਰੇਖਾ ਬਣਾ ਕੇ ਸੰਗਤਾਂ ਦੇ ਵਿੱਚ ਅਸੀਂ ਲੈ ਕੇ ਆਵਾਂਗੇ। ਸੋ ਅੱਜ ਮੈਂ ਸਮੁੱਚੀ ਸੰਗਤਾਂ ਨੂੰ ਬੇਨਤੀ ਕਰਾਂਗੇ ਕਿ ਕਿਉਂਕਿ ਅਸੀਂ ਸੰਗਤਾਂ ਦੇ ਨਾਲ ਨਾਲ ਮੈਂ ਉਹਨਾਂ ਲੋਕਾਂ ਨੂੰ ਵੀ ਜ਼ਰੂਰ ਬੇਨਤੀ ਕਰਾਂਗਾ ਕਿ ਭਾਵੇਂ ਉਹ ਕਿਹੜੀ ਵੀ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਹੋਣ, ਮਗਰ ਅੱਜ ਜੋ ਸੋਚ ਲੈ ਕੇ ਸਮੁੱਚੀ ਟੀਮ ਨੇ ਇੱਕ ਫੈਸਲਾ ਲਿਆ ਉਹਦੇ ਵਿੱਚ ਸਾਡੇ ਸਹਿਯੋਗੀ ਬਣੋ ਔਰ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਸਾਰੇ ਮਿਲ ਕੇ ਕੰਮ ਕਰ ਸਕੀਏ। ਹਰਮੀਤ ਜੀ, ਜਿਹੜੀ ਸ਼੍ਰੋਮਣੀ ਅਕਾਲੀ ਦਲ ਜਿਹਦੇ ਤੋਂ 15 ਸਾਲ ਆਪ ਨੂੰ ਸੇਵਾ ਦਾ ਮੌਕਾ ਦਿੱਤਾ, ਮੈਂਬਰ ਲੜੇ, ਤੇ ਕਿ ਉਸ ਨੂੰ ਤੁਸੀਂ ਕਿਉਂਕਿ ਉਹਦੀ ਹਾਰ ਨੂੰ ਦੇਖਦੇ ਹੋਏ ਜਾਂ ਉਹ ਖਤਮ ਹੋ ਗਈ ਉੱਥੇ ਪੰਜਾਬ ਦੀ ਹਾਰ ਨੂੰ ਦੇਖਦੇ ਹੋਏ ਨਵਾਂ ਫੈਸਲਾ ਲਿਆ ਗਿਆ ਵੀ ਉਹਦੀ ਹੁਣ ਹੋਂਦ ਖਤਮ ਹੋ ਗਈ ਤੇ ਅਸੀਂ ਇੱਕ ਨਵੀਂ ਹੋਂਦ ਪੈਦਾ ਕਰੀਏ ਜਾਂ ਨਵਾਂ ਦੇਖੋ, ਪਹਿਲੀ ਗੱਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨਾ ਖਤਮ ਹੋਈ ਹੈ ਨਾ ਕਦੀ ਹੋ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ ਔਰ ਉਹਨਾਂ ਸ਼ਹੀਦਾਂ ਦੀ ਜਥੇਬੰਦੀਆਂ ਦੇ ਜੋ ਮਨਸੂਬੇ ਸੀ ਜਿਹਨੂੰ ਲੈ ਕੇ ਪਾਰਟੀ ਦਾ ਗਠਨ ਹੋਇਆ ਸੀ, ਭਾਵੇਂ ਉਹ ਬਾਬਾ ਖੜਕ ਸਿੰਘ ਦੀ ਗੱਲ ਕਰੀਏ, ਸੰਤ ਫਤਿਹ ਸਿੰਘ ਦੀ ਗੱਲ ਕਰੀਏ, ਮਾਸਟਰ ਤਾਰਾ ਸਿੰਘ ਦੀ ਗੱਲ ਕਰੀਏ, ਉਹਨਾਂ ਦੇ ਹੀ ਉਦੇਸ਼ਾਂ ਦੇ ਚੱਲਦੇ ਹੋਏ ਇਹ ਜਥੇਬੰਦੀ ਕੰਮ ਕਰੇਗੀ। ਮਗਰ ਇਹਦਾ ਸਿਰਫ ਤੇ ਸਿਰਫ ਇੱਕੋ ਰੋਲ ਹੋਏਗਾ ਕਿ ਇਹ ਰਾਜਨੀਤੀ ਨਹੀਂ ਹੋਏਗੀ ਇਹਦੇ ਉੱਤੇ, ਕਿਉਂਕਿ ਮੈਨੂੰ ਪਿਛਲੇ ਜਦ ਮੈਂ ਇਸ ਬਾਰੇ ਗੱਲ ਕੀਤੀ, ਜਦ ਮੈਂ ਆਪਣੇ ਅਸਤੀਫੇ ਦੇ ਬਾਰੇ ਵੀ ਗੱਲ ਕੀਤੀ ਸੀ, ਮੈਂ ਉਹਦੇ ਵਿੱਚ ਵੀ ਬਹੁਤ ਸਪਸ਼ਟ ਗੱਲ ਕੀਤੀ ਸੀ ਕਿ ਜਦ ਸੰਗਤ ਨੇ ਚੁਣ ਕੇ ਇਹੋ ਜਿਹੀਆਂ ਕੁਰਸੀਆਂ 'ਤੇ ਸਾਨੂੰ ਬਿਠਾਇਆ, ਸਾਡੀ ਜ਼ਿੰਮੇਵਾਰੀ ਬਣਦੀ ਹੈ ਔਰ ਮੈਂ ਅੱਜ ਵੀ ਮੀਡੀਆ ਰਾਹੀਂ ਗੱਲ ਕਰਦਾ ਕਿ ਜਦ ਤੱਕ ਮੈਂ ਗੁਰਦੁਆਰਾ ਕਮੇਟੀ ਦੀ ਇਸ ਸੇਵਾ ਦੇ ਉੱਤੇ ਬੈਠਾ ਵਾ, ਮੈਂ ਆਪ ਜਾਂ ਮੇਰੇ ਪਰਿਵਾਰ 'ਚੋਂ ਕੋਈ ਰਾਜਨੀਤਿਕ ਇਲੈਕਸ਼ਨ ਨਹੀਂ ਲੜੇਗਾ। ਇਹੋ ਜਿਹੇ ਫੈਸਲੇ ਅਸੀਂ ਲੈਣੇ ਨੇ ਜਿਹੜੇ ਰਾਜਨੀਤੀ ਤੋਂ ਦੂਰ ਹੋਣ,
ਜਿਹੜੇ ਮੈਂਬਰ ਸਾਹਿਬਾਨ ਸਾਡੇ ਕੋਈ ਇਲੈਕਸ਼ਨਾਂ ਲੜਨਾ ਚਾਹੁੰਦੇ ਨੇ, ਕਿਸੇ ਵੀ ਧੜੇ ਤੋਂ ਲੜਨ, ਸਾਨੂੰ ਕੋਈ ਦਿੱਕਤ ਨਹੀਂ ਹੈ। ਮਗਰ ਜਿਹੜਾ ਇਸ ਪਾਰਟੀ ਦੇ ਨਾਲ ਇਸ ਧੜੇ ਦੇ ਵਿੱਚ ਹੋਏਗਾ, ਗੁਰਦੁਆਰਾ ਕਮੇਟੀ ਦੀ ਸਿਸਟਮ ਦੇ ਵਿੱਚ ਰਹਿ ਕੇ ਅਸੀਂ ਕੌਮ ਦੀ ਸੇਵਾ ਸੰਭਾਲ ਕਰ ਸਕਾਂਗੇ। ਹੁਣ ਅਕਾਲੀ ਦਲ ਤੋਂ ਰਿਜ਼ਾਈਨ ਦਿੱਤਾ ਜਾਏਗਾ? ਦੇਖੋ, ਨਾ ਅਸੀਂ ਕਿਸੇ ਨੂੰ ਕੰਪਲਸ਼ਨ ਕੀਤੀ ਹੈ, ਨਾ ਹਰ ਮੈਂਬਰ ਦੀ ਆਪਣੇ ਇਲਾਕੇ 'ਚ ਉਹਨਾਂ ਨੇ ਗੱਲਾਂ ਕੀਤੀਆਂ, ਉਹਨਾਂ ਦੀ ਇਲਾਕੇ ਦੀਆਂ ਸੋਚ ਲੈ ਕੇ ਆਈ ਹੈ ਕਿ ਦਿੱਲੀ ਦੀ ਰਾਜਨੀਤੀ ਦੇ ਵਿੱਚ ਦਿੱਲੀ ਦਾ ਆਪਣੇ ਅਲੱਗ ਫੈਸਲੇ ਹੋਣੇ ਚਾਹੀਦੇ ਨੇ। ਤੁਸੀਂ ਤੁਹਾਡੇ ਸਾਹਮਣੇ ਵੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਦੋ ਮੁੱਖ ਏਜੰਡੇ ਹੁੰਦੇ ਸੀ, ਇੱਕ ਪੰਥਕ ਏਜੰਡਾ ਤੇ ਦੂਜੀ ਉਹਦੀ ਵੋਟ ਬੈਂਕ ਹੁੰਦਾ ਸੀ ਕਿਸਾਨੀ ਵੋਟ। ਪੰਥਕ ਏਜੰਡੇ ਤੋਂ ਅਸੀਂ ਪਿੱਛੇ ਹਟ ਗਏ ਔਰ ਜਿਹੜੀ ਕਿਸਾਨੀ ਵੋਟ ਹੈ, ਮੈਨੂੰ ਯਾਦ ਹੈ ਜਦ ਅਸੀਂ ਕਿਸਾਨ ਵੀਰਾਂ ਦੀਆਂ ਜ਼ਮਾਨਤਾਂ ਵਾਸਤੇ ਜਾਂਦੇ ਸੀ, ਤੁਸੀਂ ਮੀਡੀਆ ਦੇ ਭਰਾ ਵੀ ਸਾਡੇ ਨਾਲ ਹੈ, ਕਿਸਾਨ ਵੀਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਸਪੋਰਟ ਲੈਣਾ ਚਾਹੁੰਦੇ ਆ, ਉਸ ਪਾਰਟੀ ਦੀ ਟੀਮ ਕੋਲੋਂ ਸਪੋਰਟ ਲੈਣਾ ਚਾਹੁੰਦੇ, ਮਗਰ ਪਾਰਟੀ ਦਾ ਨਾਮ ਨਹੀਂ ਲੈਣਾ ਚਾਹੁੰਦੇ। ਤਾਂ ਕਿਧਰੇ ਨਾ ਕਿਧਰੇ ਇਹ ਨਿਗਾਰ ਜਿੱਥੇ ਆਇਆ ਹੈ, ਅਸੀਂ ਉਸ ਤੋਂ ਪਰੇ ਹਟ ਕੇ ਅਸੀਂ ਆਪਣੇ ਹਰ ਸਿੱਖ ਭਰਾ ਵਾਸਤੇ, ਗੁਰੂ ਘਰ ਦੇ ਨਾਲ ਜੁੜਨ ਵਾਲੇ ਹਰ ਬੰਦੇ ਨਾਲ ਸੇਵਾ ਨਿਭਾਉਣ ਵਾਸਤੇ ਅਸੀਂ ਅੱਗੇ ਆ ਰਹੇ। ਇਹ ਜਿਹੜੀ ਆਪ ਜੀ ਨੇ ਸੋਚ ਦੱਸੀ ਹੈ, ਮਨਜੀਤ ਸਿੰਘ ਜੀਕੇ ਵੱਲੋਂ ਵੀ ਇੱਕ ਉਪਰਾਲੇ ਦੀ ਸੋਚ ਜਿਹੜੀ ਹੈ ਸੰਗਤਾਂ ਸਾਹਮਣੇ ਰੱਖੀ ਗਈ ਹੈ, ਤੇ ਉਹੀਓ ਸੋਚ ਆਪ ਜੀ ਵੱਲੋਂ ਰੱਖੀ ਗਈ, ਤੇ ਕੀ ਕੋਈ ਇਕੱਠੇ ਹੋਣਗੇ ਜਾਂ ਫਿਰ ਉਹੀਓ ਅਲੱਗ ਧੜੇ? ਦੇਖੋ, ਸਰਦਾਰ ਮਨਜੀਤ ਸਿੰਘ ਜੀਕੇ ਨੇ ਜਿਹੜੀ ਗੱਲ ਕੀਤੀ ਹੈ ਕਿ ਨਵਾਂ ਫਰੰਟ ਬਣਾਵਾਂਗਾ, ਮੈਂ ਲੋਕਾਂ ਨੂੰ ਇਕੱਠਾ ਕਰਾਂਗੇ, ਅਸੀਂ ਕਿਸੇ ਨਾਲ ਕੋਈ, ਸਰਦਾਰ ਮਨਜੀਤ ਸਿੰਘ ਜੀਕੇ, ਸਰਦਾਰ ਪਰਮਜੀਤ ਸਿੰਘ ਸਰਨਾ ਨਾਲ ਸਾਡੀ ਕੋਈ ਰਾਜਨੀਤਿਕ ਸਾਂਝ ਨਹੀਂ ਹੋ ਸਕਦੀ, ਕਿਉਂਕਿ ਇਹ ਬੰਦਿਆਂ ਨੇ ਟੋਟਲ ਪੋਲਿਟਿਕਸ ਕੀਤੀ, ਗੁਰਦੁਆਰੇ ਜਾ ਕੇ ਗੁਰੂ ਘਰਾਂ ਦੀਆਂ ਗੋਲਕਾਂ ਨੂੰ ਵਰਤਿਆ। ਸੋ ਇਸ ਕਰਕੇ ਸਾਡੀ ਉਹਨਾਂ ਦੇ ਨਾਲ ਕੋਈ ਸਾਂਝ ਨਹੀਂ ਹੈਗੀ। ਇਹ ਦਿੱਲੀ ਸੀ ਸੰਗਤ ਦੀ ਚੁਣੀ ਹੋਈ ਜਥੇਬੰਦੀ ਹੈ ਔਰ ਇਸ ਜਥੇਬੰਦੀ ਨੇ ਆਪਣੀ ਸੇਵਾਵਾਂ ਸਿਰਫ ਤੇ ਸਿਰਫ ਧਾਰਮਿਕ ਕਰਨੀ ਹੈ। ਅਸੀਂ ਕਿਸੇ ਸਰਕਾਰਾਂ ਨੂੰ ਇਨਵੋਲਵ ਨਹੀਂ ਕਰ ਰਹੇ, ਅਸੀਂ ਕਿਸੇ ਪਾਰਟੀ ਦੇ ਝੰਡੇ ਥੱਲੇ ਕੋਈ ਕੰਮ ਨਹੀਂ ਕਰ ਰਹੇ। लेकिन सर, जिस तरीके से आपकी बैठक हुई है, क्या लगता है कि सभी मेंबर जो हैं आप इस्तीफा देंगे? देखो, सारों के सारे मेंबरों ने कंसेंट दिया है 100%, जिसको 99.9% भी नहीं कह सकते। और इस बात का गल का सानू उन्होंने वादा दिता है कि जब तक असी धार्मिक गल करांगे, धार्मिक जथेबंदी की गल करांगे, समूची टीम साडे नाल है। और असी भी उन्होंने फ्री हैंड दिता है कि तुसी पॉलिटिकल इलैक्शन जिथे लड़नी है तुसी लड़ो, उहदे नाल इस जथेबंदी का कोई कंसर्न नहीं होएगा। बिल्कुल, मैं श्रोमणी अकाली दल का सिपाही सी, सिपाही मैं अकाली दल का रवांगा, मगर अकाली दल के ਜਿਹੜੇ ਮਨਸੂਬੇ ਸੀ, ਅਕਾਲੀ ਦਲ ਜਿਹਨੂੰ ਲੈ ਕੇ ਸੋਚ ਲੈ ਕੇ ਚੱਲੇ ਸੀ, ਸਮੂਚੀ ਟੀਮ ਹੋਈ ਹੈ ਔਰ ਅਕਾਲੀ ਦਲ ਦੇ ਨਾਮ ਦੇ ਉੱਤੇ ਹੀ ਹੈ ਜਥੇਬੰਦੀ ਬਣੇਗੀ। ਇਹ ਮੰਨਿਆ ਜਾਏ ਕਿ ਪੰਜਾਬ 'ਚ ਜੋ ਕੁਝ ਹਾਲਾਤ ਹੈ, ਜੋ ਤੁਸੀਂ ਕਿਹਾ ਕਿਸਾਨੀ ਜਾਂ ਪੱਥਰ ਜੋ ਏਜੰਡੇ ਸੀ, ਉਹਨਾਂ ਤੋਂ ਪਾਰਟੀ ਤੜਕ ਗਈ, ਉਸ ਤੋਂ ਬਾਅਦ ਤੁਹਾਨੂੰ ਇਹ ਲੱਗ ਰਿਹਾ ਹੈ ਕਿ ਦਿੱਲੀ 'ਚ ਵੀ ਲੋਕੀ ਸ਼ਾਇਦ ਅੱਗੇ ਆਉਣ ਵਾਲੇ ਟਾਈਮ ਸੰਘਾਰਾ ਨਾ ਦੇ, ਇਸ ਕਰਕੇ ਤੁਸੀਂ ਇੱਕ ਨਵਾਂ ਫਰੰਟ ਲੈ ਕੇ ਆ ਰਹੇ ਹੋ? ਦੇਖੋ, ਮੈਂ ਜਿੱਥੇ ਤੱਕ ਪੰਜਾਬ ਔਰ ਦਿੱਲੀ ਦੀ ਪੋਲਿਟਿਕਸ ਦੀ ਗੱਲ ਕਰੀਏ, ਬਹੁਤ ਵੱਖਰੀ ਹੈ। ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਸ਼ਾਇਦ ਹੁੰਗਾਰਾ ਨਾ ਦੇਣ, ਅਸੀਂ ਦਿੱਲੀ ਦੇ ਵਿੱਚ ਉਹਨਾਂ ਹਾਲਾਤਾਂ ਦੇ ਵਿੱਚ ਇਲੈਕਸ਼ਨ ਜਿੱਤ ਕੇ 46 ਚੋਂ 27 ਸੀਟਾਂ ਜਿੱਤ ਕੇ ਆਏ ਹਾਂ, ਜਦ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਇਹ ਜਿਹੜੀ ਗੱਲ ਤੁਸੀਂ ਗੱਲ ਕਰ ਰਹੇ ਹੋ, ਚਾਹੇ ਉਹਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਕਰੀਏ, ਚਾਹੇ ਪੰਥਕ ਏਜੰਡੇ ਦੀ ਗੱਲ ਕਰੀਏ, ਚਾਹੇ ਕਿਸਾਨ ਵੀਰਾਂ ਦੀ, ਇਹ ਸਾਰੀਆਂ ਨੈਗੇਟਿਵਿਟੀਆਂ ਸੀ। ਮਗਰ ਅਸੀਂ ਦਿੱਲੀ ਦੀ ਸੰਗਤ ਨੂੰ ਨਾਲ ਵਾਅਦੇ ਕਰਕੇ ਦਿੱਲੀ ਦੀ ਸੰਗਤ ਨੂੰ ਕੰਮ ਕਰਕੇ ਦਿਖਾਇਆ। ਪਿਛਲੇ 3 ਸਾਲਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਮੁੱਚੀ ਟੀਮ ਨੇ ਦਿਨ ਰਾਤ ਇੱਕ ਕਰਕੇ, ਭਾਵੇਂ ਉਹ ਕੋਵਿਡ ਦਾ ਸਮੇਂ ਹੋਵੇ, ਭਾਵੇਂ ਉਹ ਕਿਸਾਨ ਵੀਰਾਂ ਦੀਆਂ ਜਿਹੜੀਆਂ ਜ਼ਮਾਨਤਾਂ ਦੀ ਗੱਲ ਹੋਵੇ, ਕੋਈ ਲੜਾਈ ਹੋਏ, ਕਿਸੇ ਮੋਰਚੇ ਦੇ ਅੱਗੇ ਜਾਣਾ ਹੋਏ, ਇਸ ਟੀਮ ਨੇ ਅੱਗੇ ਕੀਤਾ। ਔਰ ਦਿੱਲੀ ਗੁਰਦੁਆਰਾ ਕਮੇਟੀ ਦੀ ਉਹੀ ਟੀਮ ਅੱਜ ਸਮੁੱਚੇ ਮੈਂਬਰ ਉਹਦੇ 'ਚੋਂ ਜਿੱਤੇ ਹੋਏ 90% ਪੁਰਾਣੇ ਨੇ, 10% ਜਿਹੜੇ ਨਵੇਂ ਆਏ ਨੇ, ਸਾਰਿਆਂ ਨੇ, ਕਿਉਂਕਿ ਉਹ ਪਹਿਲੇ ਵੀ ਸਾਡੇ ਨਾਲ ਸਹਿਯੋਗੀ ਰਿਹਾ। ਅਸੀਂ ਸਾਰੇ ਮਿਲ ਕੇ ਦਿੱਲੀ ਦੀ ਸੰਗਤ ਨਾਲ ਵਚਨਬੱਧ ਹਾਂ ਔਰ ਇਹਨਾਂ ਦੇ ਰਾਈਟਸ ਵਾਸਤੇ, ਕਿਉਂਕਿ ਬਹੁਤ ਵੱਡੇ ਇਸ਼ੂਜ਼ ਨੇ, ਸਾਨੂੰ ਕਾਲਜਿਸ ਆਪਣੇ ਬਣਾਉਣੇ ਨੇ, ਸਾਨੂੰ ਯੂਨੀਵਰਸਿਟੀ ਆਪਣੀ ਬਣਾਉਣੀ ਹੈ, ਸਾਡੇ ਸਕੂਲਾਂ ਦਾ ਜਿਹੜਾ ਗਿਰਿਆ ਮਿਆਦ ਹੈ ਅਸੀਂ ਉਹਨੂੰ ਉੱਪਰ ਚੁੱਕਣਾ ਹੈ। ਔਰ ਉਹਦੇ ਲਈ ਮੈਨੂੰ ਲੱਗਦਾ ਹੈ ਕਿ ਕਿਸੇ ਇੱਕ ਰਾਜਨੀਤਿਕ ਪਾਰਟੀ ਦੇ ਨਾਲ ਜੁੜ ਕੇ ਇਸ ਫਾਊਂਡੇਸ਼ਨ ਦੇ ਵਿੱਚ ਅਸੀਂ ਕੰਮ ਨਹੀਂ ਕਰ ਪਾਵਾਂਗੇ। ਇਹ ਤੁਹਾਨੂੰ ਇੰਨਾ ਲੇਟ ਕਿਉਂ ਮਹਿਸੂਸ ਹੋਇਆ? ਪਹਿਲਾਂ ਵੀ ਤੁਸੀਂ ਰਹੇ, ਇੰਨੇ ਸਾਲ ਤੁਸੀਂ ਲੋਕਾਂ ਦੀ ਸੇਵਾ ਕੀਤੀ, ਕੀ ਇਹ ਮੰਨਿਆ ਜਾਏ ਕਿ ਅਕਾਲੀ ਦਲ ਦਾ ਜਿਹੜਾ ਇੱਕ ਨੈਸ਼ਨਲ ਪਰਸਪੈਕਟਿਵ ਉਹਨਾਂ ਦਾ ਖਤਮ ਹੁੰਦਾ ਗਿਆ, ਉਹ ਸਰਕਾਰ ਚੋਂ ਬਾਹਰ ਚਲੇ ਗਏ, ਇਸ ਕਰਕੇ ਲੱਗਣ ਲੱਗ ਪਿਆ? ਦੇਖੋ, ਮੈਂ ਸਮਝਦਾ ਕਿ ਸਰਕਾਰ ਤੋਂ 2 ਸਾਲ ਪਹਿਲੇ ਤਾਂ ਬਾਹਰ ਗਏ ਹੋਏ, ਮਗਰ ਦਿੱਲੀ ਦੀ ਟੀਮ ਨੇ ਕਦੀ ਉਹਨਾਂ ਤੋਂ ਪਿੱਛੇ ਨਹੀਂ ਹਟੇ। ਮਗਰ ਜਿਸ ਤਰੀਕੇ ਦੇ ਨਾਲ ਅੱਜ ਸੰਗਤਾਂ ਦੇ ਵਿੱਚ ਅਸੀਂ ਇਲੈਕਸ਼ਨਾਂ 'ਚ ਗਏ ਹਾਂ, ਸੰਗਤਾਂ ਨੇ ਜਿਸ ਤਰੀਕੇ ਨਾਲ ਸਾਡੇ ਨਾਲ ਗੱਲ ਕੀਤੀ ਔਰ ਸਾਡੇ ਮੈਂਬਰ ਸਾਹਿਬਾਨ ਨੂੰ ਵੀ ਇਹ ਨਜ਼ਰ ਆ ਰਿਹਾ ਹੈ ਕਿ ਸਾਨੂੰ, ਜਦ ਅਸੀਂ ਗੱਲ ਹੀ ਦਿੱਲੀ ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਨੀ ਹੈ, ਤੇ ਸਾਨੂੰ ਰਾਜਨੀਤੀ ਤੋਂ ਪਰੇ ਹਟ ਕੇ ਸਿਰਫ ਤੇ ਸਿਰਫ ਧਾਰਮਿਕ ਗੱਲਾਂ ਕਰਨੀਆਂ ਚਾਹੀਦੀਆਂ। ਅਕਾਲੀ ਦਲ ਦੀ ਲੋੜ ਹੈ ਨਹੀਂ, ਅਕਾਲੀ ਦਲ ਦੀ ਲੋੜ ਬਿਲਕੁਲ ਹੈ। ਸਿੱਖ ਪੰਥ ਅਕਾਲੀ ਦਲ ਦੀ ਮੈਂ ਸਮਝਦਾ ਕਿ ਜਿਹੜੀ ਮਾਂ ਪਾਰਟੀ ਹੈ ਉਹਨੂੰ ਜ਼ਿੰਦਾ ਰੱਖਣਾ ਬਹੁਤ ਜ਼ਰੂਰੀ ਹੈ। ਔਰ ਮੈਂ ਜਿਹੜੀ ਗੱਲ ਕੀਤੀ ਹੈ
ਕਿ ਉਹਨੂੰ ਵੱਡੇ ਲੈਵਲ ਤੱਕ ਲੈ ਕੇ ਜਾਵਾਂਗੇ, ਉਹਨੂੰ ਨੈਸ਼ਨਲ ਕੀ ਇੰਟਰਨੈਸ਼ਨਲ ਲੈਵਲ ਤੱਕ ਲੈ ਕੇ ਜਾਵਾਂਗੇ ਔਰ ਦਿੱਲੀ ਦੇ ਵਿੱਚ ਨਵਾਂ ਅਕਾਲੀ